ਮੈਂ 2004 ਦੇ ਵਿੱਚ ਇਸ ਬਾਲ ਘਰ ਦੇ ਵਿੱਚ ਆ ਗਈ ਸੀ, ਜਦੋਂ ਮੇਰੇ ਘਰਦਿਆਂ ਦੁਆਰਾ ਮੈਨੂੰ ਮਤਲਬ ਛੱਡ ਦਿੱਤਾ ਗਿਆ ਸੀਗਾ। ਕਿੰਨੀ ਉਮਰ ਸੀ ਉਦੋਂ ਤੁਹਾਡੀ? ਮੇਰੀ ਅਪਰੋਕਸੀਮੇਟ 5-6 ਸਾਲ ਦੀ ਹੋਊਗੀ ਉਦੋਂ ਮੈਂ। ਤੁਹਾਡੇ ਘਰ ਦੇ ਜਾਂ ਇੱਥੇ ਆ ਕੇ ਤੁਹਾਨੂੰ ਮਿਲ ਕੇ ਜਾਂਦੇ ਸੀ? ਨਹੀਂ, ਉਹਨਾਂ ਦੀ ਮਤਲਬ ਜੇਕਰ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਉਹਨਾਂ ਦੀ ਨਾ ਤਾਂ ਜ਼ਿਆਦਾ ਸਪੋਰਟ ਰਹੀ ਆ ਕਿ ਮੈਂ ਕਿ ਅੱਗੇ ਮੇਰੇ ਲਈ ਕੋਈ ਫੈਸਲਾ ਲੈਣ ਦੇ ਵਿੱਚ, ਤੇ ਨਾ ਹੀ ਉਹਨਾਂ ਦੇ ਵਿੱਚ ਮਤਲਬ ਮੈਨੂੰ ਪੁੱਛਣਾ ਕਿ ਹਾਂ ਕਿਵੇਂ ਆ ਕਿਵੇਂ ਨਹੀਂ। ਕਿ ਮਦਰ ਦੀ ਡੈਥ ਤੋਂ ਬਾਅਦ ਮਤਲਬ ਮੇਰੀ ਕੇਅਰ ਕਰਨ ਵਾਲਾ ਕੋਈ ਨਹੀਂ ਸੀ। ਮੇਰੀ ਫੈਮਿਲੀ ਦੇ ਵਿੱਚ ਮੇਰੇ 2 ਹੋਰ ਭਰਾ ਵੀ ਨੇ, ਤਾਂ ਇੱਕ ਫਾਦਰ ਸੀ ਜੋ ਕਿ ਉਹ ਮੇਰੀ ਕੇਅਰ ਨਹੀਂ ਕਰ ਸਕੇ, ਬਟ ਜਿਹੜੇ 2 ਬ੍ਰਦਰ ਸੀਗੇ ਉਹਨਾਂ ਨੂੰ ਮੇਰੀਆਂ 2 ਅਲੱਗ-ਅਲੱਗ ਭੂਆ ਲੈ ਗਈਆਂ, ਤੇ ਬਟ ਮੈਨੂੰ ਕਿਸੇ ਨੇ ਨਹੀਂ ਰੱਖਿਆ। ਤਾਂ ਉਸ ਸਮੇਂ ਦੇ ਵਿੱਚ ਮੈਨੂੰ ਇੱਥੇ ਉਹਨਾਂ ਨੇ ਤਾਂ ਆਪਣੇ ਵੱਲੋਂ ਇੱਕ ਅਨਾਥ ਆਸ਼ਰਮ ਸਮਝ ਕੇ ਛੱਡਿਆ ਸੀਗਾ, ਬਟ ਮੇਰੇ ਲਈ ਹੁਣ ਇਹ ਘਰ ਹੀ ਆ। ਹੁਣ ਵੀ ਮੈਂ ਜੇ ਪੁੱਛਦੀ ਹਾਂ ਕਿ ਕੀ ਕਰਨਾ, ਕੀ ਸੋਚਦੇ ਹੋ ਤੁਸੀਂ ਮੇਰੇ ਬਾਰੇ, ਤਾਂ ਉਹਨਾਂ ਦਾ ਸਿਰਫ ਇੱਕ ਦੂਜੇ ਨਾਲ ਹੀ ਆ ਕਿ ਭਰਾ ਜੋ ਕਹਿਣਗੇ ਉਹ, ਜਾਂ ਉਹ ਮਤਲਬ ਆਪ ਜਿਹੜੀ ਹੁਣ ਸਟੈਪ ਮਦਰ ਆ, ਉਸ ਤੋਂ ਬਾਅਦ ਉਹਨਾਂ ਨੇ ਮੈਰਿਜ ਵੀ ਕਰਵਾਈ। ਤਾਂ ਮੈਨੂੰ ਲੱਗਦਾ ਵਾ ਕਿ ਉਹਨਾਂ ਦੀ ਲਾਈਫ ਨਾਲੋਂ ਇੱਥੋਂ ਦੀ ਲਾਈਫ ਬੈਟਰ ਆ, ਕਿਉਂਕਿ ਉੱਥੇ ਸਾਰੇ ਲੜਾਈ ਝਗੜਿਆਂ ਦੇ ਵਿੱਚ ਰਹਿੰਦੇ ਨੇ। ਮਤਲਬ ਮੈਂ ਕਹਿੰਦੀ ਰਹਿ ਗਈ ਕਿ ਹਾਂ ਮੈਨੂੰ ਪੜ੍ਹਾ ਦਿਓ, ਪਰ ਕਿਸੇ ਨੇ ਨਹੀਂ ਮਤਲਬ ਮੇਰੀ ਸੁਣੀ। ਸਿਰਫ ਸੀਗਾ ਕਿ ਹਾਂ ਤੂੰ ਵਿਆਹ ਕਰਾ ਲਾ। ਅੱਜ ਤੁਹਾਨੂੰ ਇੱਕ ਅਜਿਹੀ ਕੁੜੀ ਦੇ ਨਾਲ ਮਿਲਵਾਵਾਂਗੇ ਜਿਸ ਨੂੰ ਘਰਦਿਆਂ ਵੱਲੋਂ ਠੁਕਰਾ ਦਿੱਤਾ ਗਿਆ ਸੀ, ਤੇ ਬਾਲ ਘਰ ਵਿੱਚ ਉਹਨੇ ਆਪਣੀ ਪੂਰੀ ਜ਼ਿੰਦਗੀ ਹੈ ਜਿਹੜੀ ਉਹ ਗੁਜ਼ਾਰੀ, ਤੇ ਅੱਜ ਉਸ ਮੁਕਾਮ ਤੇ ਪਹੁੰਚ ਚੁੱਕੀ ਆ ਕਿ ਬਾਕੀ ਕੁੜੀਆਂ ਦੇ ਲਈ ਵੀ ਮਿਸਾਲ ਆ। ਤਾਂ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਰਵਿੰਦਰ ਕੌਰ ਹੈ। ਤੇ ਮੈਮ ਕਦੋਂ ਤੋਂ ਇੱਥੇ? ਮੈਂ 2004 ਦੇ ਵਿੱਚ ਇਸ ਬਾਲ ਘਰ ਦੇ ਵਿੱਚ ਆ ਗਈ ਸੀ, ਜਦੋਂ ਮੇਰੇ ਘਰਦਿਆਂ ਦੁਆਰਾ ਮੈਨੂੰ ਮਤਲਬ ਛੱਡ ਦਿੱਤਾ ਗਿਆ ਸੀਗਾ। ਕਿੰਨੀ ਉਮਰ ਸੀ ਉਦੋਂ ਤੁਹਾਡੀ? ਮੇਰੀ ਅਪਰੋਕਸੀਮੇਟ 5-6 ਸਾਲ ਦੀ ਹੋਊਗੀ ਉਦੋਂ ਮੈਂ। ਤੇ ਇਸ ਤੋਂ ਬਾਅਦ ਤੁਹਾਡੇ ਘਰ ਦੇ ਜਾਂ ਇੱਥੇ ਆ ਕੇ ਤੁਹਾਨੂੰ ਮਿਲ ਕੇ ਜਾਂਦੇ ਸੀ? ਨਹੀਂ, ਉਹਨਾਂ ਦੀ ਮਤਲਬ ਜੇਕਰ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਉਹਨਾਂ ਦੀ ਨਾ ਤਾਂ ਜ਼ਿਆਦਾ ਸਪੋਰਟ ਰਹੀ ਆ ਕਿ ਮੈਂ ਕਿ ਅੱਗੇ ਮੇਰੇ ਲਈ ਕੋਈ ਫੈਸਲਾ ਲੈਣ ਦੇ ਵਿੱਚ, ਤੇ ਨਾ ਹੀ ਉਹਨਾਂ ਦੇ ਵਿੱਚ ਮਤਲਬ ਮੈਨੂੰ ਪੁੱਛਣਾ ਕਿ ਹਾਂ ਕਿਵੇਂ ਆ ਕਿਵੇਂ ਨਹੀਂ। ਜੋ ਵੀ ਕੀਤਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਇਹਨਾਂ ਨੇ ਕੀਤਾ। ਮਤਲਬ ਜਿਹੜੇ ਇੱਥੋਂ ਦੇ ਮੇਨ ਪ੍ਰੈਜ਼ੀਡੈਂਟ ਨੇ, ਉਹ ਜਦੋਂ ਤੋਂ ਮੈਂ ਆਈ ਸੀ ਉਦੋਂ ਤੋਂ ਮੈਂ ਉਹਨਾਂ ਨੂੰ ਅੰਮੀ ਕਹਿੰਦੀ ਹਾਂ। ਤਾਂ ਜੋ ਮਾਂ ਪਿਓ ਦਾ ਫਰਜ਼ ਹੁੰਦਾ ਮੇਰੇ ਲਈ ਸਾਰੇ ਇਹਨਾਂ ਨੇ ਨਿਭਾਇਆ, ਵੀਰ ਤੇ ਅੰਮੀ ਦੋਨਾਂ ਨੇ। 4 ਸਾਲ ਦੀ ਉਮਰ ਦੇ ਵਿੱਚ ਇੱਥੇ ਛੱਡਣ ਦਾ ਕੀ ਕਾਰਨ ਸੀ ਤੁਹਾਨੂੰ? ਦੇਖੋ, ਜਿੱਥੋਂ ਤੱਕ ਮੈਨੂੰ ਪਤਾ ਲੱਗਿਆ, ਕਿਉਂਕਿ ਪ੍ਰੋਪਰ ਸਟੋਰੀ ਕੋਈ ਵੀ ਨਹੀਂ ਦੱਸਦਾ ਕਿ ਆਖਿਰ ਹੋਇਆ ਕੀ ਸੀ ਉਦੋਂ ਪਿਛਲੀ ਲਾਈਫ ਦੇ ਵਿੱਚ। ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਉਹ ਇਹ ਸੀਗਾ ਕਿ ਮਦਰ ਦੀ ਡੈਥ ਤੋਂ ਬਾਅਦ ਮਤਲਬ ਮੇਰੀ ਕੇਅਰ ਕਰਨ ਵਾਲਾ ਕੋਈ ਨਹੀਂ ਸੀ। ਮੇਰੀ ਫੈਮਿਲੀ ਦੇ ਵਿੱਚ ਮੇਰੇ 2 ਹੋਰ ਭਰਾ ਵੀ ਨੇ, ਤਾਂ ਇੱਕ ਫਾਦਰ ਸੀ ਜੋ ਕਿ ਉਹ ਮੇਰੀ ਕੇਅਰ ਨਹੀਂ ਕਰ ਸਕੇ, ਬਟ ਜਿਹੜੇ 2 ਬ੍ਰਦਰ ਸੀਗੇ ਉਹਨਾਂ ਨੂੰ ਮੇਰੀਆਂ 2 ਅਲੱਗ-ਅਲੱਗ ਭੂਆ ਲੈ ਗਈਆਂ ਆਪਣੇ ਕੋਲ, ਤੇ ਬਟ ਮੈਨੂੰ ਕਿਸੇ ਨੇ ਨਹੀਂ ਰੱਖਿਆ। ਤਾਂ ਉਸ ਸਮੇਂ ਦੇ ਵਿੱਚ ਮੈਨੂੰ ਇੱਥੇ ਉਹਨਾਂ ਨੇ ਤਾਂ ਆਪਣੇ ਵੱਲੋਂ ਇੱਕ ਅਨਾਥ ਆਸ਼ਰਮ ਸਮਝ ਕੇ ਛੱਡਿਆ ਸੀਗਾ, ਬਟ ਮੇਰੇ ਲਈ ਹੁਣ ਇਹ ਘਰ ਹੀ ਆ। ਮਤਲਬ ਉਹਨਾਂ ਲਈ ਚਾਹੇ ਆਸ਼ਰਮ ਆ, ਪਰ ਮੇਰੇ ਲਈ ਪੂਰੀ ਇਹ ਜ਼ਿੰਦਗੀ ਆ, ਜਿਨ੍ਹਾਂ ਨੇ ਮੈਨੂੰ ਉੱਥੋਂ ਤੋਂ ਲੈ ਕੇ ਹੁਣ ਤੱਕ ਪੂਰੀ ਸਪੋਰਟ ਕੀਤੀ। ਤਾਂ ਉੱਥੇ ਤੁਹਾਨੂੰ ਇਹ ਲੱਗਦਾ ਆ ਕਿ ਮੁੰਡੇ ਕੁੜੀ ਦੇ ਵਿੱਚ ਫਰਕ ਕੀਤਾ ਗਿਆ ਸੀ? ਦੇਖੋ, ਐਗਜ਼ੈਕਟਲੀ ਮੈਂ ਇਹ ਨਹੀਂ ਕਹਿ ਸਕਦੀ ਕਿ ਉਹਨਾਂ ਨੇ ਮੁੰਡੇ ਕੁੜੀ, ਜਿਵੇਂ ਕਿਉਂਕਿ ਭੂਆ ਨੇ ਦੇਖੋ ਲੈ ਗਏ ਉਹਨਾਂ ਮੁੰਡਿਆਂ ਨੂੰ, ਤਾਂ ਉਹਨਾਂ ਨੇ ਇਹ ਸੋਚ ਕੇ ਕੀਤਾ, ਜਾਂ ਜ਼ਮੀਨ ਦਾ ਲਾਲਚ ਸੀਗਾ ਕਿ ਹਾਂ ਹੋ ਸਕਦਾ ਵਾ ਕਿ ਮੁੰਡੇ ਆਉਣਗੇ ਤਾਂ ਇਨ ਫਿਊਚਰ ਹੋ ਸਕਦਾ ਜ਼ਮੀਨ, ਕਿਉਂਕਿ ਮੋਸਟਲੀ ਮੁੰਡਿਆਂ ਦੇ ਨਾਮ ਹੁੰਦੀ ਹੈ, ਤਾਂ ਉਹ ਮਤਲਬ ਉਹ ਰੱਖਣਗੇ ਉਹਨਾਂ ਨੂੰ, ਤਾਂ ਸ਼ਾਇਦ ਉਹਨਾਂ ਨੂੰ ਫਾਇਦਾ ਹੋਊਗਾ। ਤੇ ਮੇਰੇ ਕੋਲ ਕੁਝ ਵੀ ਨਹੀਂ ਸੀ ਕਿ ਕੁੜੀਆਂ ਦਾ ਸਿਰਫ ਵਿਆਹ ਕਰਦੇ ਨੇ। ਤਾਂ ਉਹਨਾਂ ਨੇ ਐਗਜ਼ੈਕਟਲੀ ਕੀ ਸੋਚ ਕੇ ਮੈਨੂੰ ਛੱਡਿਆ, ਉਹ ਮੈਨੂੰ ਵੀ ਅਜੇ ਪੂਰੀ ਕਲੀਅਰੈਂਸ ਮਿਲੀ ਨਹੀਂ। ਅਗਰ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਆ ਤਾਂ ਉਹਨਾਂ ਕੋਲ ਕਦੇ ਵੀ ਕਲੀਅਰ ਕੋਈ ਵੀ ਜਵਾਬ ਨਹੀਂ ਹੁੰਦਾ। ਤਾਂ ਤੁਹਾਡੇ ਪਾਪਾ ਵੱਲੋਂ ਕੀ ਰਿਸਪੌਂਸ ਰਿਹਾ ਤੁਹਾਡੇ ਲਈ ਹੁਣ ਤੱਕ? ਦੇਖੋ, ਉਹਨਾਂ ਦਾ ਜੋ ਵੀ ਆ, ਅਗਰ ਹੁਣ ਵੀ ਮੈਂ ਜੇ ਪੁੱਛਦੀ ਹਾਂ ਕਿ ਕੀ ਕਰਨਾ, ਕੀ ਸੋਚਦੇ ਹੋ ਤੁਸੀਂ ਮੇਰੇ ਬਾਰੇ, ਤਾਂ ਉਹਨਾਂ ਦਾ ਸਿਰਫ ਇੱਕ ਦੂਜੇ ਨਾਲ ਹੀ ਆ ਕਿ ਭਰਾ ਜੋ ਕਹਿਣਗੇ ਉਹ, ਜਾਂ ਉਹ ਮਤਲਬ ਆਪ ਜਿਹੜੀ ਹੁਣ ਸਟੈਪ ਮਦਰ ਆ, ਉਸ ਤੋਂ ਬਾਅਦ ਉਹਨਾਂ ਨੇ ਮੈਰਿਜ ਵੀ ਕਰਵਾਈ। ਉਹਦੀਆਂ ਵੀ 2 ਬੇਟੀਆਂ ਮਤਲਬ ਪਿੱਛੋਂ ਹੀ ਸੀਗੀਆਂ ਜਿਨ੍ਹਾਂ ਨੂੰ ਨਾਲ ਲੈ ਕੇ ਆਏ। ਤਾਂ ਉਹਨਾਂ ਦਾ ਕਦੇ ਵੀ ਐਗਜ਼ੈਕਟ ਆਨਸਰ ਨਹੀਂ ਹੁੰਦਾ, ਸਿਰਫ ਉਹ ਕਹਿੰਦੇ ਨੇ ਵਿਆਹ, ਕਿਉਂਕਿ ਉਹਨਾਂ ਲਈ ਜਾਂ ਮੰਨ ਲਓ ਬਾਰਡਰ ਏਰੀਏ ਆ ਉੱਥੇ, ਤਾਂ ਉਹਦੇ ਕਰਕੇ ਸੋਚ ਸਿਰਫ ਇੱਕ ਵਿਆਹ 'ਤੇ ਅੜੀ ਹੋਈ ਆ ਕਿ ਵਿਆਹ ਕਰ।
ਤਾਂ ਜੋ ਕਿ ਮੈਂ ਅਜੇ ਨਹੀਂ ਕਰਵਾਉਣਾ ਚਾਹੁੰਦੀ, ਕਿਉਂਕਿ ਅਜੇ ਵੀ ਮੈਨੂੰ ਲੱਗਦਾ ਕਿ ਸ਼ਾਇਦ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਸੰਭਾਲਿਆ, ਹੁਣ ਮੇਰੀ ਵਾਰੀ ਆ ਕਿ ਉਹੋ ਜਿਹੇ ਬੱਚਿਆਂ ਲਈ ਮੈਂ ਵੀ ਕਿਸੇ ਦੀ ਸਪੋਰਟ ਕਰਾਂ, ਤਾਂ ਕਿ ਜਿਵੇਂ ਮੈਂ ਹੁਣ ਐਜ਼ ਅ ਕਾਉਂਸਲਰ ਕੰਮ ਕਰ ਰਹੀ ਹਾਂ, ਤਾਂ ਅੱਗੇ ਜਾ ਕੇ ਹੋਰ ਵੀ ਮੇਰੀ ਮਦਦ ਦੇ ਨਾਲ ਜਿੰਨੀ ਕੁ ਮੇਰੇ ਕੋਲ ਹੋ ਸਕੇ ਕਿ ਉਹ ਵੀ ਮਤਲਬ ਇਹੋ ਜਿਹੇ ਮੁਕਾਮ ਤੱਕ ਪਹੁੰਚ ਸਕਣ ਕਿ ਠੁਕਰਾਏ ਹੋਏ ਵੀ ਵਧੀਆ ਮੁਕਾਮ ਹਾਸਿਲ ਕਰ ਲੈਣ। ਤਾਂ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਉਹ ਵੀ ਨਾਲ 2 ਬੇਟੀਆਂ ਲੈ ਕੇ ਆਏ ਸੀ, ਤਾਂ ਪਰ ਤੁਹਾਡੇ ਪਾਪਾ ਨੇ ਤੁਹਾਡੀ ਰਿਸਪੌਂਸਿਬਿਲਟੀ ਨਹੀਂ ਲਈ, ਉਹਨਾਂ 2 ਬੇਟੀਆਂ ਦੀ ਰਿਸਪੌਂਸਿਬਿਲਟੀ ਲੈ ਲਈ। ਉਹ ਅਸਲ ਦੇ ਵਿੱਚ ਸਟੋਰੀ ਇਹੋ ਜਿਹੀ ਸੀਗੀ ਕਿ ਮਤਲਬ ਜਿਵੇਂ ਜਾਂ ਸਮਾਂ ਐਵੇਂ ਦਾ ਲਾ ਲਓ ਕਿ ਇੱਕ ਬਟ ਅਗਰ ਪੋਜ਼ੀਟਿਵ ਵੇ ਨਾਲ ਦੇਖੀਏ ਤਾਂ ਜਦੋਂ ਮਦਰ ਆਈ ਹੈ, ਸਟੈਪ ਮਦਰ, ਤਾਂ ਜਿਹੜਾ ਪੂਰਾ ਘਰ ਆ ਦੁਬਾਰਾ ਹੀ ਮਤਲਬ ਇਕੱਠਾ ਕੀਤਾ ਗਿਆ ਸੀਗਾ। ਜਿਵੇਂ ਭਰਾ ਕਿਸੇ ਹੋਰ ਭੂਆ ਕੋਲ ਸੀ, ਦੂਜਾ ਭਰਾ ਕਿਸੇ ਹੋਰ ਭੂਆ ਕੋਲ ਆ, ਉਹ ਮੈਰਿਜ ਤੋਂ ਬਾਅਦ ਉਹਨਾਂ ਸਾਰਿਆਂ ਨੇ ਇੱਕ ਦੁਬਾਰਾ ਪਰਿਵਾਰ ਸ਼ੁਰੂ ਕੀਤਾ। ਤੁਹਾਨੂੰ ਕੋਈ ਗਿਲਾ ਨਹੀਂ ਹੈਗਾ ਕਿ ਤੁਸੀਂ ਇੱਥੇ ਪਰਿਵਾਰ ਹੋਣ ਦੇ ਬਾਵਜੂਦ ਵੀ ਤੁਸੀਂ ਬਾਲ ਘਰ ਦੇ ਵਿੱਚ ਰਹਿ ਰਹੇ ਹੋ? ਨਹੀਂ, ਮੇਰੇ ਹਿਸਾਬ ਨਾਲ ਅਗਰ ਮੈਂ ਘਰ ਦੀ ਲਾਈਫ ਤੇ ਆਪਣੀ ਇੱਥੋਂ ਦੀ ਲਾਈਫ ਨੂੰ ਕੰਪੇਅਰ ਕਰਾਂ ਤਾਂ ਮੈਨੂੰ ਲੱਗਦਾ ਵਾ ਕਿ ਉਹਨਾਂ ਦੀ ਲਾਈਫ ਨਾਲੋਂ ਇੱਥੋਂ ਦੀ ਲਾਈਫ ਬੈਟਰ ਆ, ਕਿਉਂਕਿ ਉੱਥੇ ਸਾਰੇ ਲੜਾਈ ਝਗੜਿਆਂ ਦੇ ਵਿੱਚ ਰਹਿੰਦੇ ਨੇ, ਬਟ ਇੱਥੇ ਆ ਕਿ ਉਹੋ ਜਿਹਾ ਕੋਈ ਲੜਾਈ ਝਗੜਾ ਨਹੀਂ, ਨਾ ਜ਼ਮੀਨ ਜਾਇਦਾਦ ਦਾ, ਨਾ ਕਿਹਨੂੰ ਜ਼ਿਆਦਾ ਪਿਆਰ ਕੀਤਾ ਕਿਹਨੂੰ ਘੱਟ ਕੀਤਾ, ਕਿਉਂਕਿ ਇੱਥੇ ਸਾਰੇ ਬੱਚਿਆਂ ਨੂੰ ਇਕੁਅਲ ਰੱਖਿਆ ਜਾਂਦਾ। ਤਾਂ ਮੈਂ ਆਪਣੇ ਆਪ ਲਈ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਉਹ ਚਾਹੇ ਜਿਹੋ ਜਿਹਾ ਵੀ ਸਮਾਂ ਸੀਗਾ, ਪਰ ਉਹ ਮੇਰੇ ਲਈ ਉਹ ਬਹੁਤ ਵਧੀਆ ਬਣ ਕੇ ਨਿਕਲਿਆ। ਮੈਮ ਸਟੱਡੀ ਕਿੰਨੀ ਕੀਤੀ ਹੋਈ ਹੈ ਤੁਸੀਂ? ਮੈਂ MA ਸਾਈਕੋਲੋਜੀ ਕਰ ਚੁੱਕੀ ਹਾਂ। ਉਸ ਤੋਂ ਬਾਅਦ ਹੁਣ ਮੇਰਾ ਡਿਪਲੋਮਾ ਚੱਲ ਰਿਹਾ ਗਾਈਡੈਂਸ ਐਂਡ ਕਾਉਂਸਲਿੰਗ ਦਾ, ਅਤੇ ਮੇਰੇ 3 ਨਾਲ ਹੋਰ ਵੀ ਕੋਰਸਿਸ ਚੱਲ ਰਹੇ ਨੇ। ਪਲੇ ਥੈਰੇਪੀ ਦਾ ਚੱਲ ਰਿਹਾ ਵਾ, ਅਤੇ ਆਪਣਾ ਕਰੀਅਰ ਕਾਉਂਸਲਿੰਗ ਦਾ ਚੱਲ ਰਿਹਾ ਵਾ, ਕਿ ਉਸ ਤੋਂ ਬਾਅਦ ਇਨ ਫਿਊਚਰ ਮਤਲਬ ਥੋੜ੍ਹੇ ਚਿਰ ਦੇ ਵਿੱਚ ਰਜਿਸਟਰਡ ਕਰੀਅਰ ਕਾਉਂਸਲਰ ਅਤੇ ਪਲੇ ਥੈਰੇਪਿਸਟ ਮਤਲਬ ਬਣ ਜਾਂਗੀ ਮੈਂ। ਤਾਂ ਮੈਮ ਇਹ ਸਫ਼ਰ ਆ ਜਿਹੜਾ ਇਹਦੇ ਵਿੱਚ ਤੁਸੀਂ ਇੰਨੀ ਜ਼ਿਆਦਾ ਸਟੱਡੀ ਕੀਤੀ ਹੈ, ਤਾਂ ਇਸ ਦਾ ਸਾਰਾ ਖਰਚਾ ਕੌਣ ਚੱਕਦਾ ਸੀ? ਮੇਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਵੀ ਖਰਚਾ ਵਾ ਉਹ SGB ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ, ਇਹ ਜਿਹੜੀ ਫਾਊਂਡੇਸ਼ਨ ਆ, ਇਹੀ ਸਾਰੇ ਮੇਰੇ ਮਤਲਬ ਕਰਤਾ ਧਰਤਾ ਨੇ, ਇਹਨਾਂ ਨੇ ਹੀ ਜਿੰਨਾ ਖਰਚਾ ਚੱਕਿਆ ਇਹਨਾਂ ਨੇ ਹੀ ਕੀਤਾ। ਤੁਹਾਨੂੰ ਲੱਗਦਾ ਆ ਜੇ ਤੁਸੀਂ ਘਰੇ ਹੁੰਦੇ ਤਾਂ ਇੰਨਾ ਕਾਮਯਾਬ ਹੋ ਜਾਂਦੇ ਜਿੰਨੇ ਤੁਸੀਂ ਇੱਥੇ ਰਹਿ ਕੇ ਕਾਮਯਾਬ ਹੋਏ ਹੋ? ਨਹੀਂ ਜੀ, ਮਤਲਬ ਇਹ ਬਿਲਕੁਲ ਪੋਸੀਬਲ ਨਹੀਂ ਸੀਗਾ ਕਿ ਸ਼ਾਇਦ ਮੈਂ ਪੜ੍ਹ ਵੀ ਸਕਦੀ ਉੱਥੇ ਰਹਿ ਕੇ, ਕਿਉਂਕਿ +2 ਤੋਂ ਬਾਅਦ ਇੱਕ ਰੂਲ ਹੈ ਇੱਥੋਂ SGB ਫਾਊਂਡੇਸ਼ਨ ਦਾ ਰੂਲ ਸੀ ਕਿ 18 ਸਾਲ ਦੀ ਉਮਰ ਤੋਂ ਬਾਅਦ ਇੱਥੇ ਬੱਚਿਆਂ ਨੂੰ ਰੱਖਿਆ ਨਹੀਂ ਜਾਂਦਾ। ਉਸ ਤੋਂ ਬਾਅਦ ਕਿਸੇ ਅਲੱਗ-ਅਲੱਗ ਇੰਸਟੀਟਿਊਟ ਹੋਰ 'ਚ ਸ਼ਿਫਟ ਕਰ ਦਿੱਤਾ ਜਾਂਦਾ ਵਾ ਜਿੱਥੇ 18 ਸਾਲ ਤੋਂ ਉੱਪਰ ਵਾਲੇ ਬੱਚੇ ਰਹਿੰਦੇ ਨੇ। ਪਰ ਕਿਉਂਕਿ ਮੇਰੇ ਘਰ ਦੇ ਸੀਗੇ ਤਾਂ ਉਹਨਾਂ ਨੇ ਮੈਨੂੰ ਵਾਪਸ ਮੇਰੇ ਘਰੇ ਵਾਪਸ ਭੇਜਤਾ ਸੀਗਾ ਕਿ ਸ਼ਾਇਦ ਹੁਣ ਸਪੋਰਟ ਕਰ ਦੇਣ, ਬਟ ਉੱਥੇ ਰਹਿ ਕੇ ਮੇਰਾ 1.5 ਸਾਲ ਵੇਸਟ ਹੀ ਹੋਇਆ ਸੀ, ਕਿਉਂਕਿ ਸ਼ੁਰੂ 'ਚ ਵੀ ਮੇਰੀ ਪੜ੍ਹਾਈ ਲੇਟ ਸਟਾਰਟ ਹੋਈ ਸੀ, ਘਰਦਿਆਂ ਨੇ ਕੋਈ ਪੜ੍ਹਾਈ ਦਾ ਖਰਚਾ ਜਾਂ ਕੁਛ ਸਕੂਲ ਨਹੀਂ ਸੀ ਲਾਇਆ, ਅਤੇ ਉਸ ਤੋਂ ਬਾਅਦ ਜਦੋਂ ਇੱਥੇ ਸ਼ੁਰੂ ਹੋਈ +2 ਤੋਂ ਬਾਅਦ ਫਿਰ ਮੇਰਾ ਗੈਪ ਪਿਆ। ਘਰ ਮਤਲਬ ਕੋਈ ਪੋਸੀਬਲ ਨਹੀਂ ਸੀ, ਮਤਲਬ ਮੈਂ ਕਹਿੰਦੀ ਰਹਿ ਗਈ ਕਿ ਹਾਂ ਮੈਨੂੰ ਪੜ੍ਹਾ ਦਿਓ, ਪਰ ਕਿਸੇ ਨੇ ਨਹੀਂ ਮਤਲਬ ਮੇਰੀ ਸੁਣੀ, ਸਿਰਫ ਸੀਗਾ ਕਿ ਹਾਂ ਤੂੰ ਵਿਆਹ ਕਰਾ ਲਾ। ਅਤੇ ਫਿਰ 18 ਸਾਲ ਤੋਂ ਬਾਅਦ ਉੱਥੇ ਤੁਸੀਂ ਗਏ 18 ਸਾਲ ਦੀ ਉਮਰ ਦੇ ਵਿੱਚ, ਫਿਰ ਵੀ ਤੁਹਾਡੇ ਘਰਦਿਆਂ ਵੱਲੋਂ ਤੁਹਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ? ਨਹੀਂ ਜੀ। ਤਾਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਹੁਣ ਸਟੈਪ ਮਦਰ ਵੀ ਆ, ਪਰ ਫਿਰ ਵੀ ਤੁਹਾਨੂੰ ਉੱਥੋਂ ਕੋਈ ਰਿਸਪੌਂਸ ਨਹੀਂ ਮਿਲਿਆ ਕਿ ਇੰਨੇ ਸਾਲ ਕੁੜੀ ਬਾਹਰ ਰਹੀ ਆ, ਹੁਣ ਸਾਡੇ ਘਰ ਆਈ ਆ। ਉੱਥੋਂ ਅਗਰ ਹਰ ਵਾਰ ਰਿਸਪੌਂਸ ਮਿਲਦਾ ਤਾਂ ਉਹ ਸਿਰਫ ਵਿਆਹ ਲਈ ਮਿਲਦਾ, ਇਸ ਤੋਂ ਬਿਨਾਂ ਉਹਨਾਂ ਨੇ ਮੇਰੇ ਲਈ ਕੁਝ ਵੀ ਨਹੀਂ ਸੋਚਦੇ ਕਿ ਅਗਰ ਮੇਰੀ ਪੜ੍ਹਾਈ ਦਾ ਖਰਚਾ ਹੋਇਆ, ਯੂਨੀਵਰਸਿਟੀ ਹੋਇਆ ਜਾਂ ਹੁਣ ਹੋ ਰਿਹਾ ਵਾ, ਕਿਉਂਕਿ ਹੁਣ ਵੀ ਮੇਰੀ ਸਟੱਡੀ ਅਜੇ ਰੈਗੂਲਰ ਆ, ਮੈਂ ਬੰਦ ਨਹੀਂ ਕੀਤੀ, ਤਾਂ ਉਹ ਅਜੇ ਤੱਕ ਚੱਲ ਹੀ ਰਿਹਾ। ਪਰ ਉਹਨਾਂ ਨੇ ਇੱਕ ਵਾਰ ਨਹੀਂ ਪੁੱਛਿਆ ਕਿ ਹਾਂ ਅਗਰ ਕਿਸੇ ਸਪੋਰਟ ਦੀ ਲੋੜ ਆ ਅਸੀਂ ਕਰ ਦਈਏ, ਸਿਰਫ ਉਹਨਾਂ ਦੀ ਇੱਕ ਹੀ ਕਹਿਣਾ ਵਾ ਵਿਆਹ। ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ? ਨਹੀਂ, ਇੱਥੇ ਜਿਹੜਾ ਬੇਸਿਕਲੀ ਦੱਸਾਂ ਤਾਂ ਮੈਨੂੰ ਕਿਸੇ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਵੀਰ ਜੀ ਤੇ ਅੰਮੀ ਇੰਨੇ ਸਪੋਰਟਿਵ ਰਹੇ ਨੇ ਮੇਰੇ ਲਈ ਸ਼ੁਰੂ ਤੋਂ ਲੈ ਕੇ ਹੁਣ ਤੱਕ। ਮਤਲਬ ਜਿੱਥੇ ਗਲਤੀ ਕੀਤੀ ਉੱਥੇ ਸਮਝਾਇਆ, ਅਤੇ ਜਿੱਥੇ ਮਤਲਬ ਮੋਟੀਵੇਸ਼ਨ ਦੀ ਲੋੜ ਸੀ ਉਹਨਾਂ ਨੇ ਮੋਟੀਵੇਟ ਕੀਤਾ। ਅਤੇ ਅਗਰ ਹੁਣ ਮੈਂ ਇਹ ਵਾਲੇ ਪ੍ਰੋਜੈਕਟ ਜਿਹੜਾ SGB ਰੱਬੀ ਰੂਹਾਂ ਦਾ ਘਰ ਆ, ਅਗਰ ਇੱਥੇ ਇਹਨਾਂ ਨੂੰ ਸੰਭਾਲ ਰਹੀ ਹਾਂ ਤਾਂ ਉਹਨਾਂ ਦੀ ਮੋਟੀਵੇਸ਼ਨ ਕਰਕੇ ਹੀ, ਉਹਨਾਂ ਦੇ ਸੰਸਕਾਰਾਂ ਕਰਕੇ ਹੀ ਮੈਂ ਇੱਥੇ ਹਾਂ। ਤਾਂ ਇੱਥੇ ਮੈਨੂੰ ਕਿਸੇ ਮਤਲਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪਿਆ। ਤੁਸੀਂ ਜੇ ਤੁਹਾਨੂੰ ਇੱਕ ਚੀਜ਼ ਚੁਣਨੀ ਪਵੇ, ਇੱਕ ਘਰ, ਇੱਕ ਪਾਸੇ ਤੁਹਾਡੀ ਆਪਣਾ ਪਰਿਵਾਰ ਘਰ ਤੇ ਦੂਜੇ ਪਾਸੇ ਇਹ ਬਾਲ ਘਰ, ਤਾਂ ਕਿਸ ਨੂੰ ਚੁਣੋਗੇ? ਮੈਂ ਅੱਖਾਂ ਬੰਦ ਕਰਕੇ ਬਾਲ ਘਰ ਵੱਲ ਆਉਣਾ ਚਾਹਾਂਗੀ, ਕਿਉਂਕਿ ਜਿਸ ਸਮੇਂ ਮੈਨੂੰ ਮੇਰੇ ਆਪਦਿਆਂ ਦੀ ਲੋੜ ਸੀ ਉਸ ਸਮੇਂ ਉਹਨਾਂ ਨੇ ਮੈਨੂੰ ਠੁਕਰਾਤਾ ਸੀ, ਤਾਂ ਇਹ ਸੀ ਜਿਨ੍ਹਾਂ ਨੇ ਮੇਰੀ ਉਦੋਂ ਬਾਂਹ ਫੜੀ
ਤਾਂ ਇਸ ਕਰਕੇ ਅਗਰ ਮੈਂ ਇਹ ਆਪਸ਼ਨ ਨੂੰ ਕੁਐਸਚਨ ਨੂੰ ਹੀ ਵੈਲਿਡ ਨਹੀਂ ਮੰਨਾਂਗੀ, ਮੈਂ ਇਹਨਾਂ ਵੱਲ ਪੂਰਾ ਆਵਾਂਗੀ। ਕਿੰਨਾ ਕੁ ਦੁੱਖ ਲੱਗਦਾ ਕਿ ਘਰਦਿਆਂ ਨੇ ਠੁਕਰਾਤਾ? ਨਹੀਂ ਦੇਖੋ, ਮਤਲਬ ਪਹਿਲਾਂ ਹੁੰਦਾ ਸੀਗਾ ਕਿ ਹਾਂ ਸ਼ਾਇਦ ਜਿਵੇਂ ਬਾਕੀ ਇੱਥੇ ਜਿਵੇਂ ਅਡੋਪਸ਼ਨ ਦਾ ਪ੍ਰੋਸੀਜਰ ਹੈ ਕਿ ਸਾਰੇ ਆਪਣੇ ਨਵੇਂ ਮੰਮੀ ਪਾਪਾ, ਉਹਨਾਂ ਲਈ ਤਾਂ ਨਵੇਂ ਮੰਮੀ ਪਾਪਾ ਹੀ ਹੁੰਦੇ ਨੇ ਨਾ, ਅਡੋਪਸ਼ਨ ਚਲੇ ਜਾਂਦੇ ਨੇ, ਕਿ ਜਿਨ੍ਹਾਂ ਨੂੰ ਨਹੀਂ ਮਾਂ ਬਾਪ ਨੇ ਛੋਟੀ ਉਮਰ 'ਚ ਛੱਡਤਾ ਉਹ ਅਡੋਪਸ਼ਨ 'ਚ ਚਲੇ ਜਾਂਦੇ ਆ। ਇਸ ਗੱਲ ਦਾ ਦੁੱਖ ਤਾਂ ਪਹਿਲਾਂ ਸ਼ੁਰੂਆਤ 'ਚ ਹੋਇਆ ਕਿ ਹਾਂ ਮੇਰੇ ਆਪ ਦੇ ਜਿਹੜੇ ਸੀਗੇ ਉਹ ਤਾਂ ਮੈਨੂੰ ਸੰਭਾਲ ਸਕਦੇ ਸੀ, ਕਿ ਉਹਨਾਂ ਨੇ ਹੀ ਠੁਕਰਾਤਾ। ਬਟ ਜਿਵੇਂ ਜਿਵੇਂ ਹੁਣ ਮੈਂ ਵੱਡੀ ਹੋਈ ਹਾਂ ਤਾਂ ਮੈਨੂੰ ਐਂ ਹੀ ਲੱਗਦਾ ਵਾ ਕਿ ਉਹਨਾਂ ਤੋਂ ਵਧੀਆ ਇਹੀ ਨੇ, ਕਿਉਂਕਿ ਉਸ ਸਮੇਂ ਦੇ ਵਿੱਚ ਜਿੱਥੇ ਕਹਿੰਦੇ ਨੇ ਕਿ ਆਪਣਿਆਂ ਦਾ ਹੀ ਸਾਥ ਦਿੰਦੇ ਨੇ, ਪਰ ਉਦੋਂ ਮੇਰਾ ਆਪਣਿਆਂ ਨੇ ਮੇਰਾ ਸਾਥ ਨਹੀਂ ਦਿੱਤਾ, ਇਹਨਾਂ ਨੇ ਸਾਥ ਦਿੱਤਾ, ਤੇ ਜੋ ਵੀ ਕੀਤਾ ਇਹਨਾਂ ਨੇ ਕੀਤਾ। ਤਾਂ ਗੱਲਬਾਤ ਕੀਤੀ ਇਹਨਾਂ ਦੇ ਨਾਲ ਤੇ ਜਾਣੀ ਇਹਨਾਂ ਦੀ ਕਹਾਣੀ ਕਿ ਕਿਵੇਂ 4 ਸਾਲ ਦੀ ਠੁਕਰਾਈ ਹੋਈ ਬੱਚੀ ਇੱਥੇ ਆ ਕੇ ਹੁਣ ਕਾਉਂਸਲਰ ਬਣ ਚੁੱਕੀ ਹੈ। ਅਜਿਹੀਆਂ ਹੋਰ ਅਪਡੇਟਸ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਦਾ ਸਿਟੀ ਹੈਡਲਾਈਨ। ਮੈਂ ਇੰਦਰ ਸਿੱਧੂ, ਕੈਮਰਾ ਪਰਸਨ ਕਰਨ ਕੁਮਾਰ ਦੇ ਨਾਲ।